ਜੀ, ਯਾਦਵਿੰਦਰ ਸਿੰਘ ਸਤਕੋਹਾ ਇਸ ਕੌਮੀ ਗੱਦ ਮੰਚ ਤੇ ਇੱਕ ਵਾਰ ਫਿਰ ਤੁਹਾਡੇ ਨਾਲ ਅੱਜ ਦਾ ਜੋ ਸਬਜੈਕਟ ਹੈ ਗੱਲ ਕਰਨ ਦਾ, ਤੁਸੀਂ ਦੇਖ ਰਹੇ ਹੋਵੋਗੇ ਬੈਨਰ ਜੋ ਹੈ ਵੀਡੀਓ ਦੇ ਉੱਤੇ ਲੱਗਾ ਹੋਇਆ, ਜਦ ਗੋਰੇ ਵੀ ਪੰਜਾਬ 'ਚ ਨੌਕਰੀ ਕਰਨ ਆਉਂਦੇ ਸੀ। ਹਾਂਜੀ, ਇਹ ਇੱਕ ਵਕਤ ਸੀ, ਇੱਕ ਸਮਾਂ ਸੀ ਜਦੋਂ ਪੰਜਾਬ ਦੀ ਧਰਤੀ ਇੰਨੀ ਖੁਸ਼ਹਾਲ ਸੀ ਕਿ ਜਿਹੜੇ ਯੂਰਪੀਅਨ ਨੇ, ਅਮਰੀਕਨ ਨੇ, ਉੱਥੋਂ ਦੇ ਹੁਨਰਮੰਦ ਲੋਕ, ਸਕਿਲਡ ਲੋਕ, ਉਹ ਪੰਜਾਬ ਨੌਕਰੀ ਕਰਨ ਆਉਂਦੇ ਹੁੰਦੇ ਸੀਗੇ। ਇਹ ਸਮਾਂ ਸਰਕਾਰੀ ਖਾਲਸਾ ਦਾ, ਖਾਲਸਾ ਰਾਜ, ਸ਼ੇਰੇ ਪੰਜਾਬ, ਮਹਾਰਾਜਾ ਰਣਜੀਤ ਸਿੰਘ ਦਾ ਜੋ ਦੌਰ ਸੀ, ਉਸ ਸਮੇਂ ਵਿਦੇਸ਼ੀ ਜੌਬ ਕਰਨ ਆਉਂਦੇ ਸੀ ਪੰਜਾਬ 'ਚ। ਪੰਜਾਬ ਤੋਂ ਬਾਹਰ ਨੌਕਰੀ ਕਰਨ ਦੀ, ਜਾਣ ਦੀ ਲੋੜ ਨਹੀਂ ਸੀ ਪੈਂਦੀ ਪੰਜਾਬੀਆਂ ਨੂੰ। ਬਹੁਤ ਖੁਸ਼ਹਾਲ ਸਟੇਟ ਸੀ, ਬਹੁਤ ਅਮੀਰ ਸਟੇਟ ਸੀ। ਉਸ ਸਮੇਂ ਦੇ ਜਿਹੜਾ ਕੰਵਰ ਨੌਨਿਹਾਲ ਸਿੰਘ ਦਾ ਵਿਆਹ, ਜਿਹੜੀ ਸ਼ਾਦੀ ਮੰਨੀ ਜਾਂਦੀ ਹੈ, ਉਸ ਸਮੇਂ ਦੀ ਭਾਰਤ ਦੀ ਸਭ ਤੋਂ ਮਹਿੰਗਾ ਵਿਆਹ ਸੀਗਾ, ਜਿਹੜਾ ਆਪਣੇ ਪੋਤਰੇ ਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਕੀਤਾ ਸੀਗਾ। ਸੋ ਇੱਕ ਐਸਾ ਵਕਤ ਸੀ ਜਦੋਂ ਜੋ ਆਰਮੀ, ਸਿੱਖ ਆਰਮੀ ਸੀਗੀ, ਇਹਨੂੰ ਨਵੇਂ ਸਿਰੋਂ ਡਿਜ਼ਾਈਨ ਕੀਤਾ ਜਾ ਰਿਹਾ ਸੀਗਾ ਔਰ ਇਹਨੂੰ ਬ੍ਰਿਟਿਸ਼ ਆਰਮੀ ਦੇ ਖਿਲਾਫ ਲੜਨ ਲਈ ਤਿਆਰ ਕੀਤਾ ਜਾ ਰਿਹਾ ਸੀਗਾ। ਇਹ ਸਮਾਂ ਸੀਗਾ ਅਰਾਊਂਡ 1815 ਤੋਂ ਬਾਅਦ ਦਾ, ਕਿਉਂਕਿ 1815 ਜਿਹੜੀ ਸਨ ਹੈ, ਇਸ ਸੰਨ ਦੇ ਵਿੱਚ ਜਿਹੜੀ ਵਾਟਰਲੂ ਦੀ ਲੜਾਈ ਹੋਈ ਸੀਗੀ, ਵਿਸ਼ਵ ਪ੍ਰਸਿੱਧ ਨੈਪੋਲੀਅਨ ਤੇ ਬ੍ਰਿਟਿਸ਼ ਆਰਮੀ ਦੇ ਵਿੱਚ, ਔਰ ਨੈਪੋਲੀਅਨ ਉਹਦੇ ਵਿੱਚ ਫੜਿਆ ਗਿਆ। ਸੋ ਇੱਕ ਬਹੁਤ ਵੱਡੀ ਚੁਣੌਤੀ ਸੀ ਨੈਪੋਲੀਅਨ ਉਸ ਸਮੇਂ। ਵੈਸੇ ਤਾਂ ਇਤਿਹਾਸਕ ਜੋ ਆਪਾਂ ਜਿਹਨੂੰ ਨੈਗੋਸ਼ੀਏਟ ਕਰਦੇ ਹਾਂ ਇਤਿਹਾਸ ਨੂੰ, ਉਸ ਸਮੇਂ ਦੁਨੀਆ ਦੇ ਉੱਤੇ ਦੋ ਵੱਡੀਆਂ ਚੁਣੌਤੀਆਂ ਮੌਜੂਦ ਸਨ ਬ੍ਰਿਟਿਸ਼ ਸਰਕਾਰ ਦੇ ਅੱਗੇ, ਇੱਕ ਨੈਪੋਲੀਅਨ, ਇੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਪਰ ਨੈਪੋਲੀਅਨ ਜਿਹੜਾ ਸੀਗਾ ਉਹ ਸਿੱਧੀ ਲੜਾਈ ਵਿੱਚ ਪੈ ਗਿਆ ਔਰ ਉਹਨੇ ਸਿੱਧੀ ਲੜਾਈ ਕੀਤੀ ਬ੍ਰਿਟਿਸ਼ ਸਰਕਾਰ ਦੇ ਨਾਲ, ਬੜੀ ਬਹਾਦਰੀ ਨਾਲ ਲੜਿਆ। ਇੱਕ ਵਾਰ ਤਾਂ ਤਖਤਾਪੜ ਤੱਕ ਉਹ ਪਹੁੰਚ ਗਿਆ ਸੀ, ਪਰ ਹੌਲੀ ਹੌਲੀ ਫਿਰ ਉਹ ਜਿਹੜੀ ਬ੍ਰਿਟਿਸ਼ ਬੜੇ ਕੂਟਨੀਤਿਕ ਸਨ, ਬੜੇ ਰਾਜਨੀਤਿਕ ਸਨ, ਉਹਨਾਂ ਨੂੰ ਪਤਾ ਸੀ ਕਿਵੇਂ ਲੜਨਾ ਹੈ, ਕਿਵੇਂ ਸਾਰੀਆਂ ਪਲੈਨਿੰਗ ਕਰਨੀਆਂ ਨੇ। ਖੈਰ, ਇੱਕ ਸਮਾਂ ਸੀ ਜਦੋਂ ਨੈਪੋਲੀਅਨ ਜਿਹੜਾ ਉਹਦਾ ਡਾਊਨਫਾਲ ਹੋ ਗਿਆ ਔਰ ਇਸ ਤੋਂ ਬਾਅਦ ਸ਼ੇਰੇ ਪੰਜਾਬ ਨੂੰ ਇਹ ਚਿੰਤਾ ਹੋਈ ਕਿ ਹੁਣ ਈਸਟ ਇੰਡੀਆ ਕੰਪਨੀ ਆਪਣੀ ਸਾਰੀ ਤਾਕਤ ਉੱਤਰੀ ਭਾਰਤ ਤੇ ਕਬਜ਼ਾ ਕਰਨ ਵਾਸਤੇ ਲਾਵੇਗੀ। ਵੈਸੇ ਉਹ ਪਹੁੰਚ ਹੀ ਗਏ ਸਨ ਉੱਤਰੀ ਭਾਰਤ ਤੱਕ, ਪਰ ਕਿਉਂਕਿ ਜਦੋਂ ਨੈਪੋਲੀਅਨ ਦੇ ਖਿਲਾਫ ਬ੍ਰਿਟਿਸ਼ ਫੌਜਾਂ ਲੜ ਰਹੀਆਂ ਸਨ ਤਾਂ 1809 ਦੇ ਵਿੱਚ ਸੰਧੀ ਹੋ ਗਈ ਸੀਗੀ ਸ਼ੇਰੇ ਪੰਜਾਬ ਅਤੇ ਈਸਟ ਇੰਡੀਆ ਕੰਪਨੀ ਦੇ ਵਿੱਚ, ਸਤਲੁਜ ਦਰਿਆ ਦੀ ਸੰਧੀ ਜਿਹਨੂੰ ਕਹਿੰਦੇ। ਉਸ ਤੋਂ ਬਾਅਦ ਵਿੱਚ ਕੀ ਹੋਇਆ, ਵੈਸੇ ਸੰਧੀ ਨੇ ਸ਼ੇਰੇ ਪੰਜਾਬ ਨੂੰ ਨਿਰਾਸ਼ ਕੀਤਾ ਸੀ, ਕਿਉਂਕਿ ਸ਼ੇਰੇ ਪੰਜਾਬ ਦਾ ਮਨ ਸੀ ਕਿ ਸਾਰਾ ਮਾਲਵਾ ਵੀ ਸਿੱਖ ਸਟੇਟ ਵਿੱਚ ਆਉਂਦਾ, ਉੱਥੋਂ ਦੇ ਰਾਜੇ ਵੀ ਮੰਨ ਜਾਂਦੇ, ਪਰ ਉਹ ਕੁਛ ਹਾਲਾਤ ਇੱਦਾਂ ਦੇ ਰਹੇ ਕਿ ਉਹਨਾਂ ਨੇ ਅੰਗਰੇਜ਼ ਹਕੂਮਤ ਦੇ ਥੱਲੇ ਜਾਣਾ ਪ੍ਰਵਾਨ ਕੀਤਾ ਸਿੱਖ ਰਾਜ ਨੂੰ ਛੱਡ ਕੇ। ਤੋ ਸਤਲੁਜ ਦਰਿਆ ਦੇ ਉੱਤੇ ਸੰਧੀ ਹੋ ਗਈ। ਸੰਧੀ ਤੋਂ ਬਾਅਦ ਵਿੱਚ ਫਿਰ ਸ਼ੇਰੇ ਪੰਜਾਬ ਨੇ ਆਪਣੀ ਸਾਰੀ ਤਾਕਤ ਅਫਗਾਨਿਸਤਾਨ ਤੱਕ, ਕਸ਼ਮੀਰ ਤੱਕ, ਤਿੱਬਤ ਤੱਕ ਕਬਜ਼ਾ ਕਰਨ ਤੇ ਲਾਇਆ। ਪਰ ਜਦੋਂ 1815 ਦੇ ਵਿੱਚ ਨੈਪੋਲੀਅਨ ਹਾਰ ਗਿਆ ਤਾਂ ਪਹਿਲੀ ਵਾਰੀ ਮੱਥਾ ਠਣਕਿਆ ਸ਼ੇਰੇ ਪੰਜਾਬ ਦਾ ਔਰ ਬਾਕੀ ਥਿੰਕ ਟੈਂਕਰਸ ਦਾ ਕਿ ਹੁਣ ਬ੍ਰਿਟਿਸ਼ ਜਿਹੜੀ ਸਰਕਾਰ ਹੈ ਉਹਦਾ ਧਿਆਨ ਸਿੱਖ ਰਾਜ ਵੱਲ ਪਵੇਗਾ, ਕਿਉਂਕਿ ਉਹ ਵਿਹਲੇ ਹੋ ਗਏ ਸਨ, ਇੱਕ ਵੱਡੀ ਚੁਣੌਤੀ ਖਤਮ ਹੋ ਗਈ ਸੀ। ਔਰ ਆਪਣੀ ਆਰਮੀ ਨੂੰ, ਕਿਉਂਕਿ ਜਿਹੜੀ ਆਰਮੀ ਸੀ, ਆਰਮੀ ਬੜੀ ਬਹਾਦਰ ਮੰਨੀ ਜਾਂਦੀ ਸੀ ਸਿੱਖ ਜਿਹੜੀ ਆਰਮੀ ਉਸ ਸਮੇਂ, ਪਰ ਡਿਸਿਪਲਿਨ ਦੀ ਭਾਰੀ ਕਮੀ ਸੀ। ਬ੍ਰਿਟਿਸ਼ ਫੌਜਾਂ 'ਚ ਡਿਸਿਪਲਿਨ ਬੜਾ ਜ਼ਬਰਦਸਤ ਸੀਗਾ, ਖਾਸ ਕਰ ਉਹਨਾਂ ਕੋਲ ਤੋਪਖਾਨੇ ਵਧੀਆ ਸਨ, ਉਹਨਾਂ ਕੋਲ ਬੰਦੂਕਾਂ ਦੀ ਗਿਣਤੀ ਜ਼ਿਆਦਾ ਸੀ। ਔਰ ਡਿਸਿਪਲਿਨ ਤੋਂ ਭਾਵ ਹੁੰਦਾ ਕਿ ਆਰਮੀ ਇਜ਼ ਨੋਨ ਫॉर ਡਿਸਿਪਲਿਨ। ਜਦੋਂ ਪਰੇਡ ਕਰਦੇ ਸੀ ਕਿ ਬ੍ਰਿਟਿਸ਼ ਪੈਰ ਨਾਲ ਪੈਰ ਮਿਲਾ ਕੇ ਉਹ ਡਰਮ ਦੀ ਤਾਲ ਤੇ ਪਰੇਡ ਕਰਕੇ ਲੰਘਦੇ ਸਨ, ਤਾਂ ਉਹ ਇੱਕ ਅਨੁਸ਼ਾਸਨ ਦਾ ਮਾਹੌਲ ਬੜਾ ਜ਼ਬਰਦਸਤ ਬਣਦਾ ਸੀ। ਵੈਸੇ ਤਾਂ ਕਿਹਾ ਜਾਂਦਾ ਕਿ ਜਦੋਂ ਪਹਿਲੀ ਵਾਰੀ ਸਿੱਖ ਫੌਜੀਆਂ ਨੇ, ਸਿੱਖ ਸਰਦਾਰਾਂ ਨੇ ਬ੍ਰਿਟਿਸ਼ ਪਰੇਡ ਹੁੰਦੀ ਦੇਖੀ ਤਾਂ ਉਹਨਾਂ ਨੇ ਮਜ਼ਾਕ 'ਚ ਲਿਆ ਇਹਨੂੰ, ਕਿਉਂਕਿ ਉਹ ਕਹਿੰਦੇ ਸਨ ਕਿ ਇਹ ਤਾਂ ਆਰਮੀ ਦਾ ਕੰਮ ਨਹੀਂ, ਆਰਮੀ ਦਾ ਕੰਮ ਹੈ ਲੜਨਾ ਮੈਦਾਨ ਦੇ ਵਿੱਚ ਜਾ ਕੇ, ਇਹ ਤਮਾਸ਼ਾ ਕਰਨਾ ਨਹੀਂ। ਪਰ ਸ਼ੇਰੇ ਪੰਜਾਬ ਨੂੰ ਬਹੁਤ ਵਧੀਆ ਲੱਗੀ ਡਰਿਲ ਆਰਮੀ ਦੀ, ਕਿਉਂਕਿ ਆਰਮੀ ਦਾ ਮਤਲਬ ਹੈ ਕਿ ਉਹ ਇੱਕ ਜ਼ਾਬਤੇ ਦੇ ਵਿੱਚ ਰਹੇ। ਔਰ ਜਿਹੜੀਆਂ ਸਾਡੀਆਂ ਫੌਜਾਂ ਸਨ ਜਾਂ ਖਾਸ ਕਰ ਅਰਬੀਅਨ ਫੌਜਾਂ ਸਨ,
ਇਹ ਸਾਰੀਆਂ ਇੱਕ ਭੀੜ ਦੇ ਰੂਪ 'ਚ ਚੱਲਦੀਆਂ ਸਨ, ਜਿਵੇਂ ਕਿ ਭੀੜ ਤੁਰੀ ਜਾ ਰਹੀ ਹੈ, ਕਿਸੇ ਦਾ ਪੈਰ ਕਿਸੇ ਨਾਲ ਨਹੀਂ ਰਲਦਾ, ਲਾਮ ਲਸ਼ਕਰ ਏਦਾਂ ਤੁਰੇ ਜਾਂਦੇ ਸਨ। ਸੋ ਕਹਿਣ ਤੋਂ ਮੁਰਾਦ ਹੈ ਕਿ ਜਦੋਂ ਸ਼ੇਰੇ ਪੰਜਾਬ ਨੂੰ ਇਹ ਚੀਜ਼ ਲੱਗੀ ਕਿ ਹੁਣ ਸਾਨੂੰ ਤਿਆਰੀ ਕਰਨੀ ਪਏਗੀ ਬ੍ਰਿਟਿਸ਼ ਫੌਜਾਂ ਦੇ ਖਿਲਾਫ ਲੜਨ ਦੀ, ਕਿਉਂਕਿ ਭਾਵੇਂ ਕਿ ਇਤਿਹਾਸ 'ਚ ਵਾਰ-ਵਾਰ ਜ਼ਿਕਰ ਆਉਂਦਾ ਹੈ ਕਿ ਸ਼ੇਰੇ ਪੰਜਾਬ ਦੀ ਦੋਸਤੀ ਸੀ ਅੰਗਰੇਜ਼ਾਂ ਨਾਲ, ਪਰ ਨਹੀਂ, ਉਹ ਕੂਟਨੀਤਿਕ ਚੀਜ਼ਾਂ ਹੁੰਦੀਆਂ, ਦੋਸਤੀ ਕੋਈ ਨਹੀਂ ਸੀ। ਸ਼ੇਰੇ ਪੰਜਾਬ ਦੀ ਪੂਰੀ ਤਿਆਰੀ ਸੀ ਆਪਣੀ ਆਰਮੀ ਨੂੰ ਬ੍ਰਿਟਿਸ਼ ਆਰਮੀ ਦੇ ਖਿਲਾਫ ਲੜਾਈ ਲਈ ਤਿਆਰ ਕਰਨ ਦੀ। ਉਹਦੇ ਵਾਸਤੇ ਉਹਨਾਂ ਨੇ ਫਿਰ ਕੀ ਕੀਤਾ, ਕਿਉਂਕਿ ਉਸ ਪੱਧਰ ਦੇ ਵਧੀਆ ਟ੍ਰੇਨਰ ਚਾਹੀਦੇ ਸਨ ਜਿਹੜੇ ਆਰਮੀ ਨੂੰ ਟ੍ਰੇਨ ਕਰਦੇ, ਕਿਉਂਕਿ ਸਿੱਖ ਫੌਜ 'ਚ ਉਸ ਲੈਵਲ ਦੇ ਟ੍ਰੇਨਰ ਨਹੀਂ ਸਨ। ਜਦੋਂ ਮੁਕਾਬਲਾ ਹੋਵੇ ਬ੍ਰਿਟਿਸ਼ ਆਰਮੀ ਦੇ ਨਾਲ ਤਾਂ ਫਿਰ ਮਾੜੇ ਮੋਟੇ ਟ੍ਰੇਨਰ ਨਹੀਂ ਚੱਲਣੇ। ਟ੍ਰੇਨਰ ਉਹ ਚਾਹੀਦੇ ਸਨ ਜਿਨ੍ਹਾਂ ਕੋਲ ਬ੍ਰਿਟਿਸ਼ ਆਰਮੀ ਦੇ ਖਿਲਾਫ ਲੜਨ ਦਾ ਭਾਰੀ ਤਜਰਬਾ ਹੋਵੇ ਔਰ ਉਸ ਲੈਵਲ ਦੇ ਟ੍ਰੇਨਰ ਹੋਣ। ਸੋ ਉਸ ਲੈਵਲ ਦੇ ਟ੍ਰੇਨਰ ਅਵੇਲੇਬਲ ਕਿੱਥੇ ਸਨ? ਉਹ ਸਿਰਫ ਅਵੇਲੇਬਲ ਸਨ ਨੈਪੋਲੀਅਨ ਦੀ ਫੌਜ ਜਿਹੜੀ ਉੱਜੜ ਚੁੱਕੀ ਸੀ, ਉਹਦੇ ਜਨਰਲ, ਉਹਦੇ ਚੰਗੇ ਟ੍ਰੇਨਰ, ਉਹਦੇ ਚੰਗੇ ਮਾਹਿਰ ਜਿਹੜੇ ਆਰਗੇਨਾਈਜ਼ਰ ਸਨ। ਔਰ ਇਹ ਸਾਰੇ ਆਰਮੀ, ਕਿਉਂਕਿ ਨੈਪੋਲੀਅਨ ਫੜਿਆ ਜਾ ਚੁੱਕਾ ਸੀਗੀ, ਆਰਮੀ ਤਬਾਹ ਹੋ ਗਈ ਸੀ ਸਾਰੀ। ਉਹ ਕੋਈ ਕਿਤੇ ਚਲਾ ਗਿਆ ਸੀ, ਕੋਈ ਅਰਬ ਕੰਟਰੀਆਂ ਵੱਲ ਨੂੰ ਚਲਾ ਗਿਆ ਸੀ ਜਨਰਲ, ਕੋਈ ਕਿਤੇ, ਔਰ ਉਹਨਾਂ ਨੂੰ ਬ੍ਰਿਟਿਸ਼ ਟਿਕਟ ਨਹੀਂ ਸੀ ਦਿੰਦੇ। ਉਹਨਾਂ ਦਾ ਖਿਆਲ ਰੱਖਦੇ ਸਨ ਨੇ ਕਿੱਥੇ ਕਿੱਥੇ ਜਾਂਦੇ ਨੇ, ਕੀ ਪਲੈਨਿੰਗ ਕਰਦੇ ਨੇ। ਉਹ ਡਰਦੇ ਵੀ ਸਨ ਕਿ ਪਤਾ ਨਹੀਂ ਇਹ ਫਰੈਂਚ ਬੜੇ ਉਸ ਸਮੇਂ ਦੇਸ਼ ਭਗਤੀ 'ਚ, ਇਹਨਾਂ 'ਚ ਭਾਵਨਾ ਸੀ ਆਪਣੇ ਦੇਸ਼ ਨੂੰ ਫਿਰ ਦੁਬਾਰਾ ਪੈਰਾਂ ਸਿਰ ਖੜੇ ਕਰਨ ਦੀ। ਸੋ ਉਹ ਟਿਕਣ ਵੀ ਨਹੀਂ ਸੀ ਦਿੰਦੇ ਇਹਨਾਂ ਨੂੰ। ਸੋ ਇਹਨਾਂ ਦੇ ਵਿੱਚੋਂ ਕਈ ਚੋਟੀ ਦੇ ਜਨਰਲ ਹਾਇਰ ਕੀਤੇ ਸ਼ੇਰੇ ਪੰਜਾਬ ਨੇ ਆਪਣੀ ਫੌਜ ਨੂੰ ਟ੍ਰੇਨਿੰਗ ਦੇਣ ਲਈ, ਕਿਉਂਕਿ ਉਹ ਟ੍ਰੇਨਿੰਗ ਉਸ ਮੁਕਾਬਲੇ ਦੀ ਹੋਣੀ ਚਾਹੀਦੀ ਸੀ, ਉਹ ਟ੍ਰੇਨਿੰਗ ਉਸ ਪੱਧਰ ਦੀ ਹੋਣੀ ਚਾਹੀਦੀ ਸੀ ਕਿ ਬ੍ਰਿਟਿਸ਼ ਫੌਜਾਂ ਦੇ ਨਾਲ ਲੜਾਈ ਦੇ ਮੈਦਾਨ ਦੇ ਵਿੱਚ ਲੋਹਾ ਜੋ ਲਿਆ ਜਾ ਸਕਦਾ। ਸੋ ਉਸ ਸਮੇਂ ਕਈ ਜਿਹੜੇ ਫ੍ਰੈਂਚ ਜਨਰਲ, ਇਹ ਇਟਾਲੀਆ ਤੋਂ ਵੀ ਸਨ, ਦੇ ਵਿੱਚੋਂ ਕਈ ਹੋਰ ਦੇਸ਼ਾਂ ਤੋਂ ਵੀ ਸਨ, ਉਹ ਪੰਜਾਬ ਪਹੁੰਚੇ। ਕੁਝ ਚੁਣਵੇਂ ਨਾਂ ਨੇ, ਬਸ ਵੈਸੇ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਨਾਮ ਸਨ ਜਿਹੜੇ ਉਦੋਂ ਜਾਣੇ ਗਏ, ਪਰ ਕੁਝ ਚੁਣਵੇਂ ਨਾਮ ਇਸ ਸੰਬੰਧ ਵਿੱਚ ਮੇਰੇ ਕੁਝ ਆਰਟੀਕਲ ਪਹਿਲਾਂ ਲੱਗੇ ਨੇ ਨਿਊਜ਼ਪੇਪਰਸ ਦੇ ਵਿੱਚ, ਪੰਜਾਬੀ ਦੀਆਂ ਜੋ ਨਿਊਜ਼ਪੇਪਰ ਨੇ ਪੂਰੀ ਦੁਨੀਆ ਦੇ ਵਿੱਚ ਵੱਖ-ਵੱਖ ਜਗ੍ਹਾ ਤੇ। ਸੋ ਮੈਂ ਉਹ ਨਾਲ ਰੈਫਰੈਂਸ ਲੈ ਰਿਹਾ, ਕਿਉਂਕਿ ਇਹ ਕਾਫੀ ਖੋਜ ਭਰਪੂਰ ਕੰਮ ਹੁੰਦਾ, ਕਾਫੀ ਮਿਹਨਤ ਦਾ ਕੰਮ ਹੁੰਦਾ ਇੱਕ ਬੰਦੇ ਬਾਰੇ ਇਨਫੋਰਮੇਸ਼ਨ ਲੈਣ। ਸੋ ਜੋ ਮਸ਼ਹੂਰ ਨਾਮ ਨੇ, ਜਨਰਲ ਕਲਾਉਡੇ ਅਗਸਟਕੋਟ, ਇਹ ਫ੍ਰੈਂਚ ਸੀਗਾ, ਨੈਪੋਲੀਅਨ ਦੀ ਫੌਜ ਦੇ ਵਿੱਚ 20 ਸਾਲ ਦੀ ਉਮਰ 'ਚ ਭਰਤੀ ਹੋਇਆ, ਪਰ ਵਾਟਰਲੂ ਦੀ ਲੜਾਈ ਤੋਂ ਬਾਅਦ ਵਿੱਚ ਜਦੋਂ ਸਭ ਖਤਮ ਹੋ ਗਿਆ ਤਾਂ ਇਹ ਫਿਰ ਬਗਦਾਦ ਉੱਥੇ ਆ ਗਿਆ, ਸੀਰੀਆ ਹੁੰਦਾ ਹੋਇਆ ਪਰਸ਼ੀਅਨ ਫੌਜਾਂ ਨੂੰ ਟ੍ਰੇਨਿੰਗ ਦੇਣ ਵਾਸਤੇ। ਪਰ ਇਹਨਾਂ ਨੂੰ ਆਪਣੇ ਲੈਵਲ ਦੀ ਤਨਖਾਹ ਔਰ ਸਿੱਖ ਰਾਜ, ਸਿੱਖ ਫੌਜਾਂ ਨੇ ਸ਼ੇਰੇ ਪੰਜਾਬ ਦਾ ਜੋ ਸਰਕਾਰੀ ਖਾਲਸਾ ਸੀ ਦਾ ਨਾਮ ਸੀ ਉਸ ਸਮੇਂ ਇੱਕ ਸੁਪਰ ਪਾਵਰ ਬਣ ਚੁੱਕਿਆ ਸੀਗਾ, ਲਗਭਗ ਫਰਾਂਸ ਦੇ ਏਰੀਏ ਦੇ ਬਰਾਬਰ ਦਾ ਪੰਜਾਬ ਦਾ ਏਰੀਆ ਉਦੋਂ ਬਣ ਚੁੱਕਿਆ ਸੀਗਾ। ਸੋ ਇਹ 1827 ਨੂੰ ਇੱਕ ਹੋਰ ਕਰਨਲ ਸੀਗਾ ਇਟਾਲੀਅਨ, ਪੌਲੀ ਐਗਾਚੇਬਲ, ਉਹਦੇ ਨਾਲ ਇਹਨੇ ਸੁਣਿਆ ਕਿ ਸ਼ੇਰੇ ਪੰਜਾਬ ਜੋ ਨੇ ਉਹ ਵਧੀਆ ਟ੍ਰੇਨਰਾਂ ਦੀ ਭਾਲ ਵਿੱਚ ਨੇ ਤੇ ਉਹਨਾਂ ਨੂੰ ਹਾਇਰ ਕਰ ਰਹੇ ਨੇ ਵੱਡੀਆਂ ਤਨਖਾਹਾਂ ਤੇ। ਸੋ ਇਹ ਉੱਥੇ ਪਹੁੰਚਿਆ ਪੰਜਾਬ, ਔਰ ਇਸ ਬੰਦੇ ਨੇ ਸਿੱਖ ਆਰਮੀ ਨੂੰ ਸਭ ਤੋਂ ਵੱਧ ਜਿਹੜਾ ਤੋਪਖਾਨਾ ਤੇ ਤੋਪਚੀ ਮੁਹੱਈਆ ਕਰਾਏ ਉਸ ਸਮੇਂ ਟ੍ਰੇਨਿੰਗ ਦੇ ਕੇ। ਇਸ ਨੂੰ ਜਿਹੜਾ ਬੰਦੂਕਾਂ ਤੇ ਤੋਪਾਂ ਬਣਾਉਣ ਵਾਲੇ ਕਾਰਖਾਨੇ ਦਾ ਨਜ਼ਰਸਾਨੀ ਵੀ ਕਰਦਾ ਸੀ, ਔਰ ਆਰਮੀ ਨੂੰ ਵੀ ਇੱਕ ਕਿਸੇ ਨੂੰ ਕਮਾਂਡ ਕਰਦਾ ਸੀ, ਸਰਦਾਰ ਲਹਿਣਾ ਸਿੰਘ ਜੀਠੀ ਦੇ ਨਾਲ ਮਿਲ ਕੇ। ਔਰ ਕਿਹਾ ਜਾਂਦਾ ਹੈ ਕਿ ਇਸਨੇ ਪਹਿਲੀ ਵਾਰੀ ਫਿਊਜ਼ ਵਾਲਾ ਬੰਬ ਤਿਆਰ ਕੀਤਾ ਸੀਗਾ, ਮਕੈਨਿਕ ਬੰਦਾ ਸੀ। ਔਰ ਉਸ ਸਮੇਂ ਉਸ ਪ੍ਰਾਪਤੀ ਤੋਂ ਖੁਸ਼ ਹੋ ਕੇ ਇਸ ਨੂੰ ਸ਼ੇਰੇ ਪੰਜਾਬ ਨੇ 30,000 ਰੁਪਏ ਦਾ ਨਗਦ ਇਨਾਮ ਦਿੱਤਾ ਸੀਗਾ। 2500 ਰੁਪਇਆ ਮਹੀਨਾ ਤਨਖਾਹ ਮਿਲਦੀ ਸੀ। ਔਰ ਇਹ ਇੱਕ ਐਸਾ ਜਨਰਲ ਸੀ ਜਿਹੜਾ ਸ਼ੇਰੇ ਪੰਜਾਬ ਦੇ ਅਕਾਲ ਚਲਾਣੇ ਤੋਂ ਬਾਅਦ ਵੀ ਉੱਥੇ ਰਿਹਾ, ਸਿੱਖ ਫੌਜਾਂ ਨੂੰ ਸੰਗਠਿਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ, ਔਰ ਕਿਉਂਕਿ ਇਹਨਾਂ ਦੇ ਮਨ ਵਿੱਚ ਸੀ ਕਿ ਇਹ ਸਟੇਟ ਤਬਾਹ ਨਾ ਹੋਵੇ ਘੱਟ ਤੋਂ ਘੱਟ, ਜੇ ਨੈਪੋਲੀਅਨ ਬੋਨਾਪਾਰਟ ਤੋਂ ਬਾਅਦ 'ਚ ਫਰਾਂਸ ਦਾ ਜੋ ਹਾਲ ਹੋਇਆ ਉਹ ਇੱਥੋਂ ਦਾ ਨਾ ਹੋਵੇ। ਸੋ ਇਸ ਸੰਘਰਸ਼ 'ਚ ਪਏ ਰਹੇ।
ਕੰਵਰ ਨੌਨਿਹਾਲ ਸਿੰਘ ਦੀ ਮੌਤ ਤੋਂ ਬਾਅਦ 'ਚ ਵੀ ਜਦੋਂ 1841 'ਚ ਮਹਾਰਾਜਾ ਸ਼ੇਰ ਸਿੰਘ ਪਾਵਰ 'ਚ ਆਇਆ, ਤਾਂ ਇਹਦਾ ਬੜਾ ਯੋਗਦਾਨ ਸੀ ਉਹਦੇ ਵਿੱਚ, ਕਿਉਂਕਿ ਅਖੀਰ ਤੱਕ ਇਹ ਕੋਸ਼ਿਸ਼ ਕਰਦਾ ਰਿਹਾ ਕਿ ਸਟੇਟ ਬਚੀ ਰਹੇ। ਪਰ ਬਦਕਿਸਮਤੀ ਉਹ ਕੁਛ ਹੋ ਨਹੀਂ ਸਕਿਆ। ਜਦੋਂ ਸ਼ੇਰ ਸਿੰਘ ਦਾ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਕਰ ਦਿੱਤਾ ਗਿਆ, ਤਾਂ ਫਿਰ ਇਹ ਦੁਖੀ ਹੋ ਕੇ ਇੱਥੋਂ ਚਲਾ ਗਿਆ ਪੰਜਾਬ ਤੋਂ। ਇਹਦੀ ਵਾਈਫ, ਇਹਦੀ ਜਿਹੜੀ ਘਰਵਾਲੀ ਸੀ, ਪਤਨੀ ਸੀ, ਉਹ ਪੰਜਾਬਣ ਸੀ, ਔਰ ਫਿਰ ਇਹ ਫਰਾਂਸ ਚਲਾ ਗਿਆ ਔਰ ਆਖਰੀ ਸਮਾਂ ਤੱਕ ਉੱਥੇ ਰਿਹਾ। ਇਹਨੇ ਇੱਕ ਕਿਤਾਬ ਵੀ ਲਿਖੀ ਜਿਹਦੇ ਵਿੱਚ ਇਹਨੇ ਆਪਣਾ ਜੀਵਨ ਸਫ਼ਰ 1818 ਤੋਂ ਲੈ ਕੇ 1844 ਤੱਕ ਦਾ ਜ਼ਿਕਰ ਕੀਤਾ ਹੈ। ਉਹਦੇ ਵਿੱਚ ਸਿੱਖ ਰਾਜ ਬਾਰੇ ਵੀ ਬੜੀਆਂ ਪਿਆਰੀਆਂ ਗੱਲਾਂ ਜਿਹੜੀਆਂ ਉਹ ਲਿਖੀਆਂ ਗਈਆਂ ਨੇ, ਔਰ ਇਹਨੇ ਆਖਰੀ ਭਾਗ ਜਿਹੜਾ ਉਹ ਸ਼ੇਰੇ ਪੰਜਾਬ ਨੂੰ ਤੇ ਸਿੱਖ ਰਾਜ ਦੀ ਅਜ਼ੀਮ ਹਕੂਮਤ ਨੂੰ ਸਮਰਪਿਤ ਕੀਤਾ ਹੈ ਆਪਣੀ ਕਿਤਾਬ ਦਾ। ਉਹ ਇੱਕ ਬੜਾ ਅੱਛਾ ਦਸਤਾਵੇਜ਼ ਹੈ, ਡਾਕੂਮੈਂਟ ਹੈ ਉਸ ਸਮੇਂ ਸਮਝਣ ਦਾ ਕਿ ਕਿਵੇਂ ਸੀ ਸਭ। ਇਸ ਤੋਂ ਬਾਅਦ ਵਿੱਚ ਜਨਰਲ ਜੀਨ ਫਰਾਂਸਿਸ ਐਲਾਰਡ, ਇਹ ਵੀ ਫ੍ਰੈਂਚ ਸੀਗਾ। ਇਹ 1785 ਚ ਫਰਾਂਸ ਵਿੱਚ ਇਹਦਾ ਜਨਮ ਹੋਇਆ। ਇੱਕ ਸਿਪਾਹੀ ਵਜੋਂ ਭਰਤੀ ਹੋਇਆ ਸੀਗਾ ਫ੍ਰੈਂਚ ਆਰਮੀ ਵਿੱਚ, ਤੇ ਇਹਨੇ ਇਟਾਲੀਆ ਚ, ਸਪੇਨ ਚ, ਪੁਰਤਗਾਲ ਦੇ ਵਿੱਚ ਬੜਾ ਅੱਛਾ ਪਰਫਾਰਮ ਕੀਤਾ ਆਰਮੀ ਦੇ ਵਿੱਚ, ਤੇ ਅੱਛੀ ਤਰੱਕੀ ਕੀਤੀ ਇਹਨੇ। ਇਹ ਵੀ ਸੇਮ ਵਾਟਰਲੂ ਦੀ ਵਾਰ ਤੋਂ ਬਾਅਦ ਚ ਮੱਧ ਏਸ਼ੀਆ ਵੱਲ ਚਲਾ ਗਿਆ। ਇਹ ਵੀ ਪਰਸ਼ੀਆ ਦੇ ਵਿੱਚ ਰਿਹਾ। ਇਹਨੂੰ ਪਰਸ਼ੀਅਨ ਫੌਜਾਂ ਦੇ ਵਿੱਚ ਇੱਕ ਵੱਡੀ ਪਦਵੀ ਦੇਣ ਦਾ ਵਾਅਦਾ ਕੀਤਾ ਗਿਆ, ਪਰ ਉਹਨਾਂ ਨੇ ਇਹਦੇ ਨਾਲ ਵਾਅਦਾ ਪੂਰਾ ਨਹੀਂ ਕੀਤਾ, ਕਿਉਂਕਿ ਪਿੱਛੇ ਬ੍ਰਿਟਿਸ਼ ਆਰਮੀ ਜਨਰਲਾਂ ਦਾ ਇਹਨਾਂ ਦਾ ਧਿਆਨ ਰੱਖਦੀ ਸੀ ਤੇ ਇਹਨਾਂ ਦੇ ਦੁਬਾਰਾ ਪੈਰਾਂ ਤੇ ਖੜੇ ਹੋਣ ਦਾ ਰਾਹ 'ਚ ਰੁਕਾਵਟਾਂ ਪਾਉਂਦੇ ਸੀ। ਸੋ ਇਹ 1822 ਦੇ ਵਿੱਚ, ਇਹ ਮੇਰੇ ਖਿਆਲ ਅਗਸਤ ਤੋਂ ਪਹਿਲਾਂ ਦੀ ਗੱਲ ਹੋ ਗਈ, ਜਨਰਲ ਅਗਸਤ ਤੋਂ ਪਹਿਲਾਂ ਦੀ ਗੱਲ ਹੋ ਗਈ, ਇਹ ਜਨਰਲ ਵੈਂਤੂਰਾ ਜੋ ਕਿ ਇੱਕ ਹੋਰ ਮਸ਼ਹੂਰ ਜਨਰਲ ਹੈ, ਦਾ ਜ਼ਿਕਰ ਅਸੀਂ ਬਾਅਦ ਵਿੱਚ ਕਰਾਂਗੇ, ਉਹਦੇ ਨਾਲ 1822 ਦੇ ਵਿੱਚ ਇਹ ਪੰਜਾਬ ਪਹੁੰਚਿਆ ਹੈ, ਸੁਣ ਕੇ ਕਿ ਜੋ ਆਰਮੀ ਹੈ ਸ਼ੇਰੇ ਪੰਜਾਬ ਆਪਣੀ ਆਰਮੀ ਨੂੰ ਨਵੇਂ ਸਿਰਿਓਂ ਡਿਜ਼ਾਈਨ ਕਰ ਰਹੇ। ਸੋ ਪਹਿਲਾਂ ਤਾਂ ਕਹਿੰਦੇ ਨੇ ਕਿ ਜਦੋਂ ਇਹ ਪਹੁੰਚੇ ਨੇ ਦੋਵੇਂ, ਜਨਰਲ ਵੈਂਤੂਰਾ ਔਰ ਐਲਾਰਡ, ਤਾਂ ਇਹਨਾਂ ਨੂੰ ਸ਼ੇਰੇ ਪੰਜਾਬ ਨੇ ਸ਼ੱਕੀ ਨਜ਼ਰ ਨਾਲ ਦੇਖਿਆ ਕਿ ਬ੍ਰਿਟਿਸ਼ ਜਾਸੂਸ ਹੋ ਸਕਦੇ ਨੇ, ਕਿਉਂਕਿ ਇਸ ਚੀਜ਼ ਦਾ ਬੜਾ ਧਿਆਨ ਰੱਖਿਆ ਜਾਂਦਾ ਸੀਗਾ। ਕੂਟਨੀਤੀ ਬੜੀ ਡੂੰਘੀ ਸੀ ਸ਼ੇਰੇ ਪੰਜਾਬ ਦੀ, ਜੋ ਹਰ ਚੀਜ਼ ਨੂੰ ਬੜਾ ਪਰਖ ਕੇ ਚੱਲਦੇ ਸਨ। ਸੋ ਇਹ ਸ਼ੱਕ ਦੂਰ ਕਰਨ ਤੋਂ ਬਾਅਦ ਕਿ ਇਹਨਾਂ ਦਾ ਰਿਕਾਰਡ ਕੀ ਹੈ, ਪਿੱਛੇ ਕੀ ਕਰਦੇ ਰਹੇ ਨੇ, ਇਹਨਾਂ ਨੂੰ ਫੌਜ ਦੀ ਟ੍ਰੇਨਿੰਗ ਦੇਣ ਵਾਸਤੇ ਇਹਨਾਂ ਨੂੰ ਨਿਯੁਕਤ ਕੀਤਾ ਗਿਆ। ਜਨਰਲ ਐਲਾਰਡ ਬਹੁਤ ਲਿਆਕਤ ਵਾਲਾ ਇਨਸਾਨ ਸੀ, ਬੜਾ ਪੜ੍ਹਾ ਲਿਖਿਆ ਇਨਸਾਨ ਸੀ, ਬੜਾ ਸੱਭਿਅਕ ਇਨਸਾਨ ਸੀਗਾ। ਇਹਨੇ ਬੜੀ ਜਲਦੀ ਪ੍ਰਭਾਵਿਤ ਕੀਤਾ ਸ਼ੇਰੇ ਪੰਜਾਬ ਨੂੰ, ਔਰ ਜਨਰਲ ਦਾ ਜਿਹੜਾ ਰੁਤਬਾ ਨੂੰ ਦਿੱਤਾ ਗਿਆ, ਔਰ ਇਹ ਘੋੜਸਵਾਰ ਦਲ ਦਾ ਕਮਾਂਡਰ ਜਿਹੜਾ ਬਣੇ। ਇਹਨੇ ਬੜੀ ਕਮਾਲ ਦੀ ਯੂਰਪੀਅਨ ਪੱਧਤੀ ਦੀ ਜਿਹੜੀ ਸਿਖਲਾਈ ਹੈ ਉਹ ਸਿੱਖ ਆਰਮੀ ਨੂੰ ਦਿੱਤੀ। ਸ਼ਾਇਦ ਉਹਨੂੰ ਸਭ ਤੋਂ ਚੰਗਾ ਟ੍ਰੇਨਰ ਮੰਨਿਆ ਜਾਂਦਾ ਹੈ ਉਸ ਸਮੇਂ, ਜਿਹੜੀ ਫੌਜ ਦੀ ਆਰਮੀ ਦਾ, ਜੋ ਕਿ ਜਨਰਲ ਆਏ ਸਨ ਬਾਹਰੋਂ ਟ੍ਰੇਨਿੰਗ ਦੇਣ ਵਾਸਤੇ। ਔਰ ਇਹ ਕਹਿੰਦੇ ਨੇ ਕਿ ਆਪਣਾ ਆਰਮੀ ਵਾਲਾ ਜਿਹੜਾ ਇਹਦਾ ਸਟਾਈਲ ਸੀਗਾ, ਖਾਸ ਕਰ ਜਿਹੜਾ ਫ੍ਰੈਂਚ ਦਾ ਸਟਾਈਲ ਸੀਗਾ ਆਰਮੀ ਦਾ, ਉਹਨੂੰ ਬੜਾ ਪਿਆਰ ਕਰਦਾ ਸੀ। ਉਹਦਾ ਪਿਆਰ ਫਰਾਂਸ ਦਾ ਸਦਾ ਇਹਦੇ ਨਾਲ ਜਿੰਦਾ ਰਿਹਾ। ਇਹ ਆਪਣੀ ਕਮਾਂਡ ਦੇ ਹੇਠਲੇ ਜਿਹੜੇ ਦਲ ਸਨ, ਉਹਨਾਂ ਨੂੰ ਫ੍ਰੈਂਚ ਆਰਮੀ ਵਾਲੇ ਜਿਹੜੇ ਆਰਡਰਸ ਹੁੰਦੇ ਨੇ ਬੋਲਣ ਵਾਲੇ, ਉਹਨਾਂ ਦੇ ਨਾਲ ਕਮਾਂਡ ਕਰਦਾ ਹੁੰਦਾ ਸੀਗਾ। ਉਹਨੂੰ ਬੜੀ ਖੁਸ਼ੀ ਮਿਲਦੀ ਸੀ। ਇਸਨੇ ਫੌਜੇ ਖਾਸ ਦਾ ਝੰਡਾ ਵੀ, ਜਿਹੜੀ ਇਹਦੇ ਕੋਲ ਟੁਕੜੀ ਸੀ, ਜਿਹੜਾ ਕਮਾਂਡਰ ਸੀਗਾ, ਉਹਦਾ ਨਾਮ ਫੌਜ ਖਾਸ ਸੀ, ਉਹਦਾ ਜਿਹੜਾ ਝੰਡਾ ਸੀ, ਨਿਸ਼ਾਨ ਸਾਹਿਬ ਸੀਗਾ, ਉਹ ਵੀ ਇਹਨੇ ਫ੍ਰੈਂਚ ਝੰਡੇ ਵਰਗੀ ਦੀ ਦਿੱਖ ਉਹਨੂੰ ਦਿੱਤੀ। ਯਾਦ ਕਰਦਾ ਸੀ ਆਪਣੇ ਵਤਨ ਨੂੰ ਦੇ ਵਿੱਚੋਂ, ਔਰ ਉਹਦੇ ਵਿਚਕਾਰ ਵਾਹਿਗੁਰੂ ਜੀ ਕੀ ਫਤਿਹ ਲਿਖਵਾਇਆ ਹੁੰਦਾ ਸੀਗਾ। ਮਹਾਰਾਜਾ ਸਾਹਿਬ ਨੇ 1824 ਤੋਂ ਬਾਅਦ ਸਤਲੁਜ ਦੀ ਜਿਹੜੀ ਸਰਹੱਦ ਹੈ ਉਹਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਇਸ ਜਨਰਲ ਨੂੰ ਦਿੱਤੀ। ਕਾਫੀ ਮਹਿੰਗੀ ਤਨਖਾਹ ਤੇ ਇਹਨੂੰ ਰੱਖਿਆ ਗਿਆ ਸੀਗਾ। ਜਿਹੜੇ ਯੂਰਪ ਤੋਂ ਪੋਲੀਟੀਕਲ ਮਹਿਮਾਨ ਆਉਂਦੇ ਸਨ, ਉਹਨਾਂ ਦਾ ਹੋਸਟ ਵੀ ਇਹਨੂੰ ਬਣਾਇਆ ਜਾਂਦਾ ਸੀਗਾ। ਕਿਹਾ ਜਾਂਦਾ ਹੈ ਕਿ ਇਹ ਰਸ਼ੀਆ ਦੇ ਵਿੱਚ ਉਸ ਸਮੇਂ
ਫਰੈਂਚ ਅਖਬਾਰਾਂ ਛਪਦੀਆਂ ਸਨ, ਕਿਉਂਕਿ ਰਸ਼ੀਆ ਦਾ ਉਹ ਏਰੀਆ ਉਦੋਂ ਫਰਾਂਸੀਸੀ ਕਲਚਰ ਤੋਂ ਪ੍ਰਭਾਵਿਤ ਸੀਗਾ। ਤੇ ਇਹ ਕੀ ਕਰਦਾ ਹੁੰਦਾ ਸੀ ਕਿ ਇਹ ਉੱਥੋਂ ਫਰੈਂਚ ਅਖਬਾਰਾਂ ਮੰਗਾ ਕੇ ਤੇ ਯੂਰਪ ਦੀਆਂ ਜਿਹੜੀਆਂ ਗਤੀਵਿਧੀਆਂ ਸੀਗੀਆਂ ਜਾਂ ਮਿਡਲ ਈਸਟ ਦੀਆਂ, ਉਹ ਉਹਨਾਂ ਬਾਰੇ ਮਹਾਰਾਜੇ ਨੂੰ ਜਾਣੂ ਕਰਾਉਂਦਾ ਰਹਿੰਦਾ ਸੀ ਉਹਨੂੰ ਨਿਊਜ਼ਪੇਪਰਸ ਤੋਂ। ਤੇ ਚੰਬੇ ਦੀ ਇੱਕ ਰਾਜਕੁਮਾਰੀ ਸੀ, ਉਹਦੇ ਨਾਲ ਇਹਨੇ ਮੈਰਿਜ ਕੀਤੀ, ਵਿਆਹ ਕੀਤਾ, ਔਰ 1839 ਨੂੰ ਪੇਸ਼ਾਵਰ ਵਿੱਚ ਇਹਦੀ ਡੈਥ ਹੋ ਗਈ ਸੀਗੀ। ਇਹਦੀ ਆਪਣੀ ਆਖਰੀ ਇੱਛਾ ਸੀ ਕਿ ਮੈਨੂੰ ਲਾਹੌਰ ਵਿੱਚ ਹੀ ਦਫਨਾਇਆ ਜਾਵੇ। ਇਹਦੀ ਖੁਸ਼ਕਿਸਮਤੀ ਸੀ ਕਿ ਇਹ ਬੜਾ ਸਿੱਖ ਰਾਜ ਨੂੰ ਪਿਆਰ ਕਰਨ ਵਾਲਾ ਜਨਰਲ ਸੀ, ਔਰ ਇਹਨੇ ਸਾਰੀ ਟ੍ਰੇਨਿੰਗ ਦਿੱਤੀ ਸੀ ਖੁਦ ਆਰਮੀ ਨੂੰ ਆਪਣੇ ਹੱਥੀਂ, ਔਰ ਉਸ ਆਰਮੀ ਦੀ ਔਰ ਸਿੱਖ ਰਾਜ ਦੀ ਤਬਾਹੀ ਹੋਣ ਤੋਂ ਪਹਿਲਾਂ ਹੀ ਤੁਰ ਗਿਆ। ਇਹਦੇ ਮਨ ਵਿੱਚ ਜਨਰਲ ਅਗਸਤ ਵਰਗਾ ਇਹਨੇ ਸੰਤਾਪ ਨਹੀਂ ਹੰਢਾਇਆ ਕਿ ਤਬਾਹ ਹੁੰਦਿਆਂ ਦੇਖਿਆ ਨੂੰ ਸਿੱਖ ਰਾਜ ਨੂੰ, ਸਿੱਖ ਫੌਜਾਂ ਨੂੰ। ਉਸ ਤੋਂ ਬਾਅਦ 'ਚ ਜਨਰਲ ਬੈਪਟਿਸੇ ਵੈਂਤੂਰਾ, ਕਿਉਂਕਿ ਇਹ ਜਨਰਲ ਇਕੱਠੇ ਸਨ ਦੋਨੋਂ, ਇਹਦਾ ਜ਼ਿਕਰ ਖਾਸ ਹੁੰਦਾ ਹੈ ਵੈਂਤੂਰਾ ਦਾ। ਇਹ ਇਟਾਲੀਅਨ ਸੀਗਾ, ਫਰੈਂਚ ਨਹੀਂ ਸੀ ਵੈਸੇ, ਪਰ ਇਹ ਜਿਹੜੀ ਆਰਮੀ ਇਹਨੇ ਜੁਆਇਨ ਕੀਤੀ ਸੀ ਉਹ ਫਰੈਂਚ ਕੀਤੀ ਸੀ। ਯਹੂਦੀ ਸੀ, ਜਿਊਜ ਸੀ, ਔਰ ਇਹਨੇ ਪੈਦਲ ਫੌਜਾਂ ਦੇ ਕਰਨਲ ਰੁਤਬੇ ਤੱਕ ਤਰੱਕੀ ਕੀਤੀ। ਉਸ ਤੋਂ ਬਾਅਦ ਵਿੱਚ ਇਹ ਵੀ ਜਦੋਂ ਨੈਪੋਲੀਅਨ ਫੌਜ ਸਾਰੀ ਖਿਲਰ ਗਈ ਹੈ ਤਾਂ ਇਹ ਵੀ ਆਪਣੇ ਘਰ ਵਾਪਸ ਚਲਾ ਗਿਆ। ਪਰ ਇਹ ਨੈਪੋਲੀਅਨ ਪ੍ਰਤੀ ਬੜੀ ਹਮਦਰਦੀ ਰੱਖਦਾ ਸੀ, ਥੋੜੇ ਰੈਵੋਲੂਸ਼ਨਰੀ ਕਿਸਮ ਦੇ ਵਿਚਾਰ ਰੱਖਦਾ ਸੀ, ਤੇ ਇੰਟੈਲੀਜੈਂਸੀ ਦੀ ਜਿਹੜੀ ਬ੍ਰਿਟਿਸ਼ ਇੰਟੈਲੀਜੈਂਸੀ ਹੈ ਉਹਦੇ ਅੱਖਾਂ 'ਚ ਆ ਗਿਆ ਹੈ, ਤੇ ਫਿਰ ਇਹ ਉੱਥੋਂ ਭੱਜ ਗਿਆ। ਇਸ ਤੋਂ ਬਾਅਦ ਵਿੱਚ ਇਹ ਵੀ ਜਿਵੇਂ ਕਿ ਜ਼ਿਕਰ ਆਇਆ, ਇਹ ਇਕੱਠੇ ਆਏ ਸਨ ਦੋਨੋਂ ਜਨਰਲ, ਜਿਹਦਾ ਜ਼ਿਕਰ ਪਹਿਲਾਂ ਹੋ ਗਿਆ, ਔਰ ਇਸਨੇ ਨੌਸ਼ਹਿਰੇ ਦੀ ਲੜਾਈ ਵਿੱਚ ਬੜੇ ਜ਼ਬਰਦਸਤ ਜੰਗੀ ਹੁਨਰ ਦਿਖਾਏ, ਬੜੀ ਪਲੈਨਿੰਗ ਨਾਲ ਕੰਮ ਕੀਤਾ, ਤੇ ਫਿਰ ਇਸ ਨੂੰ ਸ਼ੇਰੇ ਪੰਜਾਬ ਨੇ ਜਨਰਲ ਦੇ ਅਹੁਦੇ ਤੱਕ ਇਹਨੂੰ ਪਹੁੰਚਾਇਆ। ਇਹ ਪਹਿਲਾ ਸ਼ਾਇਦ ਵਿਦੇਸ਼ੀ ਸੀ ਜਿਹਨੂੰ ਲਾਹੌਰ ਦਾ ਗਵਰਨਰ ਵੀ ਬਣਾਇਆ ਗਿਆ। ਬੜਾ ਦਿਲੋਂ ਇਹ ਸਿੱਖ ਰਾਜ ਨੂੰ ਪਿਆਰ ਕਰਨ ਵਾਲਾ ਜਨਰਲ ਸੀਗਾ। ਇਹ ਵੀ ਜੋ ਅਖੀਰ ਤੱਕ ਇਸ ਆਸ ਤੱਕ ਡਟੇ ਰਹਿਣ ਵਾਲੇ ਜਨਰਲਾਂ ਦੇ ਵਿੱਚ ਸੀਗਾ, ਜਿਨ੍ਹਾਂ ਦਾ ਮਨ ਸੀ ਕਿ ਸਿੱਖ ਰਾਜ ਕਾਇਮ ਰਹੇ। ਮਹਾਰਾਜਾ ਸ਼ੇਰ ਸਿੰਘ ਦੇ ਕਤਲ ਤੋਂ ਬਾਅਦ ਇਹ ਵੀ ਜਿਹੜਾ ਵਾਪਸ ਚਲਾ ਗਿਆ ਪੰਜਾਬ ਨੂੰ ਛੱਡ ਕੇ, ਜਦੋਂ ਪਤਾ ਚੱਲ ਗਿਆ ਕਿ ਹੁਣ ਇੱਥੇ ਕੋਈ ਹੋਪ ਨਹੀਂ ਰਹਿ ਗਈ। ਇਹਦੀ ਡੈਥ ਪੈਰਿਸ ਵਿੱਚ ਹੋਈ 1858 ਦੇ ਵਿੱਚ, ਪੈਰਿਸ ਵਿੱਚ ਡੈਥ ਹੋਈ। ਸੋ ਇਸ ਤਰ੍ਹਾਂ ਦੇ ਹੋਰ ਵੀ ਬੜੇ ਜਨਰਲ ਆਰਮੀ ਦੇ ਵਿੱਚ। ਇੱਕ ਖਾਸ ਨਾਮ ਹੋਰ ਹੈ, ਇਹ ਅਮਰੀਕਨ ਸੀਗਾ, ਅਲੈਗਜ਼ੈਂਡਰ ਗਾਰਡਨਰ ਦਾ ਨਾਮ ਸੀਗਾ। ਇਹ ਅਮਰੀਕਾ ਦੇ ਜਿਹੜਾ ਸਕਾਟਿਸ਼ ਇਹਦੇ ਮਾਪਿਓ ਸੀਗੇ। 1912 ਦੇ ਵਿੱਚ ਇਹ ਅਮਰੀਕਾ ਤੋਂ ਯੂਰਪ ਆ ਗਿਆ, ਔਰ ਇਹਨੇ ਰਸ਼ੀਅਨ ਫੌਜ ਦੇ ਵਿੱਚ ਵੀ ਕੰਮ ਕੀਤਾ, ਪਰ ਉਹ ਉੱਥੇ ਖੁਸ਼ ਨਹੀਂ ਸੀ ਹੈਗਾ। ਤੇ ਫਿਰ ਕਰਦਿਆਂ ਇਹ ਜੋ ਜਨਰਲ ਸੀਗਾ, ਇਹ ਨੈਪੋਲੀਅਨ ਦੀ ਆਰਮੀ ਦੇ ਵਿੱਚ ਇਹਨੇ ਕੰਮ ਨਹੀਂ ਕੀਤਾ, ਇਹ ਬਾਹਰੋਂ ਸੀਗਾ, ਪਰ ਟ੍ਰੇਨਡ ਸੀਗਾ, ਇਹ ਯੂਰਪੀਅਨ ਪੱਧਤੀ ਦਾ ਪੂਰਾ ਇਹ ਮਾਹਿਰ ਸੀ। ਅਫਗਾਨਿਸਤਾਨ ਵਿੱਚ ਵੀ ਕੁਝ ਕੰਮ ਕੀਤਾ, ਔਰ ਬੜੇ ਉੱਚੇ ਨੀਵੇਂ ਪੜਾਵਾਂ ਤੋਂ ਗੁਜ਼ਰਦਾ ਇਹ 1831 ਨੂੰ ਪੰਜਾਬ ਪਹੁੰਚਿਆ। ਇਹਦੀ ਸ਼ਖਸੀਅਤ ਪ੍ਰਭਾਵਸ਼ਾਲੀ ਸੀ, ਔਰ ਖਾਸ ਕਰ ਜਿਹੜੀ ਹੱਥੋਂ ਹੱਥ ਲੜਾਈ ਹੈ ਤਲਵਾਰ ਦੀ ਔਰ ਬੰਦੂਕ ਦੀ, ਉਹਦੇ ਵਿੱਚ ਇਹਨੂੰ ਬੜੀ ਮੁਹਾਰਤ ਹਾਸਲ ਸੀ। ਇਹਦੇ ਬਹੁਤ ਸਾਰੇ ਕਾਰਨਾਮੇ ਸਿੱਖ ਆਰਮੀ ਦੇ ਵਿੱਚ ਮਸ਼ਹੂਰ ਰਹੇ। ਕਿਹਾ ਜਾਂਦਾ ਕਿ 14 ਦੇ ਕਰੀਬ ਫੱਟ ਜ਼ਖਮ ਦੇ ਨਿਸ਼ਾਨ ਇਹਦੇ ਸਰੀਰ ਤੇ ਪਏ ਸਨ। ਇਹਨੇ ਵੀ ਸਿੱਖ ਰਾਜ ਦਾ ਪਤਨ ਆਪਣੀ ਅੱਖਾਂ ਨਾਲ ਵੇਖਿਆ, ਤੇ ਪਹਿਲੀ ਐਂਗਲੋ ਸਿੱਖ ਲੜਾਈ ਵੀ ਇਹਨੇ ਲੜੀ। ਇਹ ਬੰਦਾ ਕਦੇ ਵਾਪਸ ਯੂਰਪ ਜਾਂ ਅਮਰੀਕਾ ਨਹੀਂ ਗਿਆ। ਇਹ 1877 ਦੇ ਵਿੱਚ ਜੰਮੂ ਦੇ ਵਿੱਚ ਜਿਹੜੀ ਇਹਦੀ ਆਖਰੀ ਸਾਹ ਨੇ ਲਏ। ਇਸ ਤੋਂ ਬਾਅਦ ਇੱਕ ਜੌਨ ਹੋਲਮਸ ਸੀ, ਬ੍ਰਿਟਿਸ਼ ਸੀਗਾ, ਔਰ ਇਹਨੇ ਆਖਰੀ ਸਾਲਾਂ 'ਚ ਨੌਕਰੀ ਕੀਤੀ ਸਿੱਖ ਰਾਜ ਦੇ ਵਿੱਚ ਆ ਕੇ, ਪਰ ਇਹਦਾ ਕਿਰਦਾਰ ਥੋੜਾ ਜਸੂਸੀ ਟਾਈਪ ਰਿਹਾ, ਸ਼ੱਕੀ ਰਿਹਾ, ਔਰ ਇਹਨੇ ਵੀ ਜਮਰੌਦ ਦੀ ਲੜਾਈ ਦੇ ਵਿੱਚ ਸ਼ਾਮਲ ਸੀ, ਪੇਸ਼ਾਵਰ ਦੀ ਲੜਾਈ ਵਿੱਚ ਸ਼ਾਮਲ ਸੀਗਾ, ਪਹਿਲੀ ਐਂਗਲੋ ਸਿੱਖ ਲੜਾਈ ਵੀ ਲੜੀ, ਪਰ
ਬਾਅਦ ਵਿੱਚ ਸਿੱਖ ਫੌਜਾਂ ਨੂੰ ਇਹਦੇ ਬ੍ਰਿਟਿਸ਼ ਹਕੂਮਤ ਦਾ ਜਸੂਸ ਹੋਣ ਦਾ ਸ਼ੱਕ ਹੋ ਗਿਆ ਔਰ ਬੰਨੂ ਦੇ ਵਿੱਚ ਇਹਨੂੰ ਸਿੱਖ ਆਰਮੀ ਨੇ ਕਤਲ ਕਰ ਦਿੱਤਾ ਸੀਗਾ 1848 ਵਿੱਚ, ਕਿਉਂਕਿ ਉਹ ਸੋਚਦੇ ਸਨ ਕਿ ਇਹ ਬੰਦਾ ਸ਼ੱਕੀ ਹੈਗਾ। ਸੋ ਇਸ ਤਰ੍ਹਾਂ ਦੇ ਬੜੇ ਹੋਰ ਵੀ ਜਨਰਲ, ਜਿਹੜੇ ਸਿਪਾਹੀ ਔਰ ਹੋਰ ਵੀ ਬੜੇ ਹੁਨਰਮੰਦ ਲੋਕ ਪੰਜਾਬ ਦੀ ਧਰਤੀ ਤੇ ਨੌਕਰੀ ਕਰਨ ਲਈ ਉਸ ਸਮੇਂ ਆਏ ਜਦੋਂ ਇਹ ਧਰਤੀ ਜਿਹੜੀ ਹੈ ਉਹ ਜਾਣੀ ਜਾਂਦੀ ਸੀ ਆਪਣੀ ਅਮੀਰੀ ਲਈ, ਆਪਣੇ ਇੱਕ ਸਟੇਟਸ ਲਈ। ਹੁਣ ਕੀ ਸਮਾਂ ਆ ਗਿਆ ਕਿ ਅੱਜ ਅਸੀਂ ਉਸ ਧਰਤੀ ਨੂੰ ਛੱਡ ਕੇ ਜੋ ਉੱਧਰ ਆ ਰਹੇ ਹਾਂ ਜਿੱਥੋਂ ਲੋਕੀ ਕਦੇ ਨੌਕਰੀ ਕਰਨ ਲਈ ਪੰਜਾਬ ਦੀ ਧਰਤੀ ਤੇ ਆਉਂਦੇ ਸੀਗੇ, ਜੋ ਕਿ ਇੱਕ ਦੁਖਾਂਤ ਵੀ ਹੈ। ਖੈਰ ਇਹ ਸਾਡੀ ਹਿਸਟਰੀ ਹੈ। ਮੈਂ ਰਿਕੁਐਸਟ ਕਰਾਂਗਾ ਕਿ ਇਸ ਵੀਡੀਓ ਨੂੰ ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ ਜ਼ਰੂਰ ਦੇਖੇ ਔਰ ਖਾਸ ਕਰ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਣ ਕਿ ਇਹ ਸਾਡੀ ਹਿਸਟਰੀ ਹੈ। ਅਸੀਂ ਕਦੇ ਇਹਨਾਂ ਲੋਕਾਂ ਨੂੰ ਤਨਖਾਹਾਂ ਦਿੰਦੇ ਹੁੰਦੇ ਸੀਗੇ। ਬਹੁਤ ਸਾਰੇ ਜਰਨਲ ਹੋਰ ਵੀ ਉੱਥੇ ਪਹੁੰਚੇ, ਜਿਹੜੀ ਇਹਨਾਂ ਦੀ ਬਦੌਲਤ ਸਿੱਖ ਆਰਮੀ ਪਹਿਲੀ ਇੰਡੀਅਨ ਆਰਮੀ ਸੀ ਜਿਹੜੀ ਫਰੰਗੀ ਫੌਜ ਨੂੰ, ਬ੍ਰਿਟਿਸ਼ ਫੌਜ ਨੂੰ ਟੱਕਰ ਦੇਣ ਦੀ ਪੂਰੀ ਤਿਆਰੀ ਵਿੱਚ ਸੀ। ਇਹੀ ਕਾਰਨ ਸੀਗਾ ਕਿ 10 ਸਾਲ ਇਹ ਫੌਜਾਂ ਲੜਦੀਆਂ ਰਹੀਆਂ ਅੰਗਰੇਜ਼ਾਂ ਦੇ ਖਿਲਾਫ। ਅੰਗਰੇਜ਼ਾਂ ਨੂੰ ਵੀ ਪਤਾ ਲੱਗ ਗਿਆ ਸੀ ਪਹਿਲਾਂ ਹੀ ਕਿ ਟ੍ਰੇਨਰ ਜਿਹੜੇ ਪਹੁੰਚ ਰਹੇ ਨੇ ਸ਼ੇਰੇ ਪੰਜਾਬ ਦੇ ਕੋਲ। ਔਰ ਇੱਕ ਜ਼ਿਕਰਯੋਗ ਹੈ ਗੱਲ ਕਿ ਅੰਗਰੇਜ਼ਾਂ ਨੇ 1837 ਤੋਂ ਬਾਅਦ ਵਿੱਚ ਇੱਕ ਕਾਨੂੰਨ ਬਣਾ ਦਿੱਤਾ ਸੀ ਕਿ ਹਰ ਉਸ ਯੂਰਪੀ ਫੌਜੀ ਅਫਸਰ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਜੋ ਸਿੱਖ ਰਾਜ ਵੱਲ ਨੂੰ ਜਾ ਰਿਹਾ, ਪੈਦਲ ਸਫ਼ਰ ਕਰ ਰਿਹਾ ਜਾਂ ਨੌਕਰੀ ਦੀ ਉਹ ਭਾਲ ਵਿੱਚ ਉਧਰ ਨੂੰ ਜਾ ਰਿਹਾ। ਸੋ ਹਰ ਪੱਖ ਤੋਂ ਕਾਬਲ ਤੇ ਤਾਕਤਵਰ ਸੀ ਸਿੱਖ ਰਾਜ। ਪਰ ਦੁਖਾਂਤ ਹੈ ਕਿ ਸ਼ੇਰੇ ਪੰਜਾਬ ਤੋਂ ਬਾਅਦ ਚ ਕੋਈ ਯੋਗ ਆਗੂ ਨਹੀਂ ਮਿਲਿਆ ਔਰ ਗੱਦਾਰਾਂ ਤੇ ਮੌਕਾ ਪ੍ਰਸਤ ਲੋਕਾਂ ਦੀਆਂ ਬਦਨੀਤੀਆਂ ਦਾ ਸ਼ਿਕਾਰ ਹੋ ਕੇ ਮੁੜ ਗੁਲਾਮੀ ਦੇ ਵਹਿਣਾਂ ਵਿੱਚ ਪੈ ਗਏ। ਹੁਣ ਵੀ ਕਹਾਣੀ ਉਹੀ ਚੱਲ ਰਹੀ ਹੈ। ਅੱਜ ਵੀ ਅਸੀਂ ਗੱਦਾਰ ਲੀਡਰਾਂ ਦੇ ਪੱਲੇ ਪਏ ਹੋਏ ਹਾਂ। ਇਹ ਸਾਡੇ ਇਤਿਹਾਸ ਦੀ ਅਮੀਰੀ ਤੇ ਖੁਸ਼ਹਾਲੀ ਦੀ ਗਾਥਾ ਦਾ ਇੱਕ ਛੋਟਾ ਜਿਹਾ ਬਿਆਨ, ਛੋਟਾ ਜਿਹਾ। ਪਤਾ ਨਹੀਂ ਸ਼ਾਇਦ ਕਿਤੇ ਸਾਡੇ ਪੁਰਖਿਆਂ ਕੋਲੋਂ ਕੋਈ ਸਾਡੀ ਤਕਦੀਰ ਨੂੰ ਸੰਭਾਲਦਿਆਂ ਕੋਈ ਕਮੀ ਰਹਿ ਗਈ, ਜਾਂ ਸਾਡੀ ਕਿਸਮਤ 'ਚ ਇਹ ਕੁਛ ਲਿਖਿਆ ਸੀ ਕਿ ਸਮੇਂ ਦਾ ਗੇੜ ਪੁੱਠਾ ਵਗ ਰਿਹਾ। ਅੱਜ ਭਾਰੀ ਤਨਖਾਹਾਂ ਦੇ ਕੇ ਪੱਛਮੀ ਹੁਨਰਮੰਦਾਂ ਨੂੰ ਨੌਕਰੀਆਂ ਤੇ ਰੱਖਣ ਵਾਲੇ ਸਿੱਖ ਰਾਜ ਦੇ ਵਾਰਸ ਅੱਜ ਪੂਰੀ ਦੁਨੀਆ ਵਿੱਚ ਚੰਗੇ ਭਵਿੱਖ ਦੀ ਤਲਾਸ਼ ਵਿੱਚ ਨਿਕਲੇ ਹੋਏ ਨੇ। ਮੁਸ਼ੱਕਤ ਦੀ ਜ਼ਿੰਦਗੀ ਗੁਜ਼ਾਰ ਰਹੇ ਨੇ। ਆਪਣੀ ਮਿੱਟੀ, ਆਪਣੇ ਪਰਿਵਾਰ, ਆਪਣੇ ਗੁਰਧਾਮ, ਆਪਣੇ ਤਿਉਹਾਰਾਂ ਤੋਂ ਦੂਰ ਜ਼ਿੰਦਗੀ ਨੂੰ ਜੀਂਦੇ ਆ। ਪਿੱਛੇ ਰਹਿ ਗਏ ਹਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਦੀ ਲੰਮੀ ਜੱਦੋ-ਜਹਿਦ ਵਿੱਚ ਪਏ ਹੋਏ ਆ। ਖੈਰ ਸਾਡੇ ਖੂਨ ਵਿੱਚ ਉਹ ਗਰਦਿਸ਼ ਅਜੇ ਵੀ ਮੌਜੂਦ ਹੈ ਜਿਸ ਨਾਲ ਅਸੀਂ ਔਖੀਆਂ ਘਾਟੀਆਂ ਸਰ ਕਰ ਸਕਦੇ ਹਾਂ ਤੇ ਕਰ ਰਹੇ ਹਾਂ। ਅਸੀਂ ਜ਼ਿੰਦਗੀ ਵਿੱਚ ਇੰਨੀ ਮਿਹਨਤ ਕਰਨ ਦੀ ਹਿੰਮਤ ਰੱਖਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਖੁਸ਼ਹਾਲੀ ਅਤੇ ਆਜ਼ਾਦੀ ਦਾ ਜੀਵਨ ਮਾਣ ਸਕਣਗੀਆਂ। ਇਤਿਹਾਸ ਹੈ, ਇਹਨਾਂ ਚੀਜ਼ਾਂ ਤੇ ਜ਼ਿਆਦਾ ਗੱਲ ਨਹੀਂ ਹੁੰਦੀ। ਇਹਨਾਂ ਚੀਜ਼ਾਂ ਨੂੰ ਜਿੰਦਾ ਰੱਖਣਾ ਜ਼ਰੂਰੀ ਹੈ ਔਰ ਇਸ ਇਨਫੋਰਮੇਸ਼ਨ ਨੂੰ ਦਸਤਾਵੇਜ਼ੀ ਰੂਪ ਦੇਣਾ ਬੜਾ ਜ਼ਰੂਰੀ ਹੈ। ਆਸ ਕਰਦਾ ਕਿ ਇਹ ਵੀਡੀਓ ਤੁਸੀਂ ਸਾਰੇ ਪਸੰਦ ਕਰੋਗੇ। ਕਰੰਟ ਸਿੱਖ ਇਸ਼ੂਜ਼ ਦੇ ਨਾਮ ਤੇ ਜੋ ਵੈਬ ਚੈਨਲ ਦੀ ਸ਼ੁਰੂਆਤ ਕੀਤੀ ਹੈ, ਇਹ ਪਹਿਲੀ ਵੀਡੀਓ ਜੋ ਮੈਂ ਉੱਤੇ ਪਾ ਰਿਹਾ। ਤੁਸੀਂ ਕੋਸ਼ਿਸ਼ ਕਰੋ, ਅਸੀਂ ਅੱਗੇ ਵੀ ਇਸ ਪੱਧਰ ਦਾ ਕੰਮ ਕਰਦੇ ਰਹਾਂਗੇ ਚਲੰਤ ਮਾਮਲਿਆਂ ਤੇ। ਔਰ ਜੋ ਵੀ ਜ਼ਰੂਰੀ ਜਿੱਥੇ ਵੀ ਗੱਲ ਕਰਨੀ ਹੈਗੀ ਹੈ, ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਇਸ ਤੱਕ ਪਹੁੰਚੋ ਤੇ ਹਮੇਸ਼ਾ ਜੁੜੇ ਰਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।